ਜਦੋਂ ਆਪਾਂ ਸਿੱਖ ਜਗਤ ਵਿੱਚ ਪੜ੍ਹਦੇ ਸੁਣਦੇ ਹਾਂ, ਇਹ ਸ਼ਬਦ ਗੁਰੂ ਸੰਤਾਨ ਵਾਸਤੇ ਵਰਤਿਆ ਜਾਂਦਾ ਹੈ। ਬੜਾ ਅਦਬ ਵਾਲਾ, ਬੜੇ ਸਤਿਕਾਰ ਵਾਲਾ ਇਹ ਸ਼ਬਦ ਹੈ। ਸਾਹਿਬਜ਼ਾਦਾ ਜਾਂ ਸਾਹਿਬਜ਼ਾਦੇ। ਜੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਵੇਖਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਨੇ, ਦੋ ਸਪੁੱਤਰ ਨੇ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ। ਪਰ ਠੀਕ ਹੈ, ਜਿਹੜੀ ਦਾਤ ਗੁਰ ਪ੍ਰਸਾਦ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜੀਵਨ 'ਚ ਵਰਤਿਆ, ਉਸ ਦੇ ਭਾਗੀਦਾਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ ਨਹੀਂ ਬਣ ਸਕੇ। ਪਰ ਠੀਕ ਹੈ, ਕਮੀ ਕੋਈ ਨਹੀਂ, ਜੀਵਨ 'ਚ ਕੋਈ ਧੋਖਾ ਫਰੇਬ ਵੀ ਨਹੀਂ ਹੈ। ਪਰ ਇਹ ਵੀ ਹਕੀਕਤ ਹੈ, ਗੁਰ ਪ੍ਰਸਾਦ ਜਿੱਥੇ ਗੁਰੂ ਦੀ ਕਿਰਪਾ ਦੀ ਆਪਾਂ ਗੱਲ ਕਰਦੇ ਹਾਂ, ਤੇ ਉੱਥੇ ਕੋਈ ਸਾਡੀ ਯੋਗਤਾ ਦੀ ਗੱਲ ਵੀ ਨਹੀਂ ਆਪਾਂ ਕਰ ਸਕਦੇ। ਸਾਡੀ ਸਿਆਣਪ, ਸਾਡੀ ਘਾਲਣਾ, ਉਹ ਤੇ ਗੁਰੂ ਦੀ ਨਜ਼ਰ 'ਚ ਜਿਹੜਾ ਪ੍ਰਵਾਨ ਹੁੰਦਾ ਹੈ, ਉਹਦੀ ਝੋਲੀ 'ਚ ਦਾਤ ਮਿਲਦੀ ਹੈ। ਪਰ ਫਿਰ ਵੀ ਬਾਣੀ 'ਚ ਵੀ ਬਚਨ ਆਉਂਦਾ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀ ਹੈ। ਜਿਤਨੀ ਆਗਿਆ ਭਾਈ ਲਹਿਣਾ ਜੀ ਨੇ ਮੰਨੀ ਹੈ, ਬਾਬਾ ਲਖਮੀ ਚੰਦ ਬਾਬਾ ਸ਼੍ਰੀ ਚੰਦ ਜੀ ਨਹੀਂ ਮੰਨ ਸਕੇ। ਠੀਕ ਹੈ, ਬਾਅਦ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਇਤਿਹਾਸ ਬੜਾ ਲੰਬੇਰਾ ਹੈ। ਬਾਅਦ ਵਿੱਚ ਗੁਰੂ ਦਰ 'ਤੇ ਆਏ, ਗੁਰੂ ਘਰ 'ਚ ਵੀ ਆਏ। ਖੈਰ, ਪਰ ਮੈਂ ਬੇਨਤੀ ਕਰ ਰਿਹਾ ਗੁਰੂ ਦੇ ਸਾਹਿਬਜ਼ਾਦਿਆਂ ਦੀ ਥੋੜ੍ਹੀ ਜਿਹੀ ਆਰੰਭਤਾ ਦਿਓ। ਗੁਰੂ ਨਾਨਕ ਸਾਹਿਬ ਜੀ ਦੇ ਦੋ ਸਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ, ਬਾਣੀ ਵਿੱਚ ਉਹਨਾਂ ਪ੍ਰਥਾਏ ਸ਼ਬਦ ਜ਼ਰੂਰ ਆਉਂਦਾ ਹੈ ਵੀ ਪੁੱਤਰਾਂ ਨੇ, ਕਿਹੜੇ ਪੁੱਤਰਾਂ ਨੇ? ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ। ਕੌਲ ਨਾ ਪਾਲਿਓ, ਕੌਲ ਦਾ ਅਰਥ ਹੈ ਗੁਰੂ ਨਾਨਕ ਦਾ ਬਚਨ ਨਹੀਂ ਮੰਨਿਆ। ਕਰ ਪੀਰੋਂ, ਪੀਰ ਗੁਰੂ ਨਾਨਕ ਸਾਹਿਬ ਤੋਂ ਕੰਨ ਮੁਰੱਟੀ ਹੈ, ਮੂੰਹ ਮੋੜ ਲਿਆ। ਇਹ ਬਾਣੀ ਦਾ ਬਚਨ ਹੈ। ਦੂਸਰੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੀ ਦੋ ਸਪੁੱਤਰ ਸਾਹਿਬਜ਼ਾਦੇ ਨੇ, ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ। ਇਤਿਹਾਸ ਨੇ ਉਹ ਘਟਨਾ ਵੀ ਸਮੋ ਕੇ ਰੱਖੀ ਹੈ। ਬਾਬਾ ਦਾਤੂ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵਿਰੋਧਤਾ ਕੀਤੀ ਸੀ ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਗੁਰਗੱਦੀ ਮਿਲੀ ਸੀ। ਇੱਥੋਂ ਤੱਕ ਇਤਿਹਾਸ ਨੇ ਜ਼ਿਕਰ ਕੀਤਾ ਹੈ, ਬਾਬਾ ਦਾਤੂ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਲੱਤ ਵੀ ਮਾਰ ਦਿੱਤੀ ਸੀ, ਪ੍ਰਵਾਨ ਨਹੀਂ ਹੋਏ। ਦੋ ਪ੍ਰਕਾਰ ਦੀਆਂ ਕੁੱਲਾਂ ਹੁੰਦੀਆਂ ਨੇ, ਮੁਬਾਰਕ ਹੈ ਦੋਨੋਂ ਹੀ, ਬਿੰਦੀ ਕੁੱਲ ਤੇ ਨਾਦੀ ਕੁੱਲ। ਆਪਾਂ ਜਿੰਨੇ ਬੈਠੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਕੋਲ, ਆਪਾਂ ਸਾਰੇ ਗੁਰੂ ਨਾਨਕ ਦੀ ਨਾਦੀ ਕੁੱਲ ਦੇ ਵਾਰਸ। ਨਾਦੀ ਕੁੱਲ, ਨਾਦ ਕੁੱਲ ਕਿਹੜੀ ਹੁੰਦੀ ਹੈ? ਜਿਹੜੀ ਕਿਸੇ ਵਿਚਾਰਧਾਰਾ ਨਾਲ ਸੰਬੰਧਿਤ ਹੁੰਦੀ ਹੈ। ਬਿੰਦੀ ਕੁੱਲ ਹੁੰਦੀ ਹੈ ਜਿਹੜੀ ਕੁੱਲ ਖੂਨ ਦੇ ਨਾਲ ਸੰਬੰਧਿਤ ਹੁੰਦੀ ਹੈ। ਜਿੱਥੇ ਖੂਨ ਦਾ ਰਿਸ਼ਤਾ ਹੈ, ਉਹ ਬਿੰਦੀ ਕੁੱਲ ਹੈ। ਧਰਮ ਦਾ ਰਿਸ਼ਤਾ, ਗੁਰੂ ਦਾ ਰਿਸ਼ਤਾ, ਇਹ ਨਾਦ ਦਾ ਰਿਸ਼ਤਾ ਹੈ। ਹਾਂ, ਇਹ ਨਾਦ ਬਿੰਦੀ ਕੁੱਲ ਵਾਲੇ ਨੇ ਵੀ ਕਬੂਲ ਕੀਤਾ, ਉਹ ਵੀ ਪ੍ਰਵਾਨ ਹੋ ਗਿਆ। ਭਾਵੇਂ ਰਿਸ਼ਤਾ ਖੂਨ ਦਾ ਸੀ, ਅੱਗੇ ਜਾ ਕੇ ਆਪਾਂ ਵੇਖਾਂਗੇ। ਪਰ ਜਿਨ੍ਹਾਂ ਨੇ ਪੂਰਨ ਤੌਰ 'ਤੇ ਗੁਰੂ ਦੇ ਨਾਦ, ਗੁਰੂ ਦੀ ਸਿੱਖਿਆ ਨੂੰ ਮੰਨ ਲਿਆ, ਉਹ ਬਹੁਤ ਸਤਿਕਾਰ ਦੇ ਪਾਤਰ ਬਣ ਗਏ। ਸੋ ਗੁਰੂ ਦੀ ਨਾਦੀ ਕੁੱਲ ਤੇ ਬਿੰਦੀ ਕੁੱਲ ਬਾਬਾ ਦਾਤੂ ਬਾਬਾ ਦਾਸੂ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਨੇ, ਤੇ ਵਿਰੋਧਤਾ ਕੀਤੀ ਸੀ ਇਹਨਾਂ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੁਕਮ ਨੂੰ ਨਹੀਂ ਸੀ ਮੰਨਿਆ। ਜਦੋਂ 1552 ਨੂੰ ਗੁਰੂ ਅੰਗਦ ਦੇਵ ਸਾਹਿਬ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਦਾਤ ਗੁਰੂ ਅਮਰਦਾਸ ਸਾਹਿਬ ਨੂੰ ਬਖਸ਼ਦੇ ਨੇ, ਤੇ ਗੁਰਮੁਖੋ ਕਬੂਲ ਨਹੀਂ ਸੀ ਕੀਤਾ, ਬੜੀ ਵਿਰੋਧਤਾ ਕੀਤੀ ਸੀ। ਤੇ ਅੱਗੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਫਿਰ ਦੋ ਸਾਹਿਬਜ਼ਾਦੇ ਨੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਬਾਬਾ ਮੋਹਨ ਜੀ ਵਿਰਕਤ ਸੁਭਾਅ ਦੇ ਮਾਲਕ ਸਨ।
ਉਹ ਕਹਿੰਦੇ ਸੀ ਮੈਨੂੰ ਦੁਨੀਆ ਨਾਲ ਕੋਈ ਵਾਸਤਾ ਨਹੀਂ, ਕਿਸੇ ਨਾਲ ਬੋਲਦੇ ਨਹੀਂ ਸਨ। ਉਹ ਗੋਇੰਦਵਾਲ ਸਾਹਿਬ ਉਸ ਚੁਬਾਰੇ ਉਸ ਘਰ 'ਚ ਕਿੰਨੇ ਦਿਨ ਸਮਾਧੀ 'ਚ ਬੈਠੇ ਰਹਿੰਦੇ ਸਨ। ਤੇ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰ ਸੇਵਾ 'ਚ ਰਹਿੰਦੇ ਨੇ, ਗੁਰੂ ਦਾ ਬਚਨ ਮੰਨਦੇ ਨੇ। ਤੇ ਤੁਹਾਨੂੰ ਪਤਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪੁੱਤਰ ਬਾਬਾ ਮੋਹਰੀ ਜੀ ਦਾ ਨਾਮ ਆਇਆ ਤੇ ਬੜੇ ਸਤਿਕਾਰ ਨਾਲ ਆਇਆ। ਜਿੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਪੜਪੋਤੇ ਨੇ, ਉਹਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ, ਜਿਹਨੂੰ ਆਪਾਂ ਸੱਤ ਬਾਣੀ ਦੇ ਰੂਪ ਅੰਦਰ ਪੜ੍ਹਦੇ ਸੁਣਦੇ ਹਾਂ। ਤੋ ਬਾਬਾ ਸੁੰਦਰ ਜੀ ਦੇ ਪਿਤਾ ਦਾ ਨਾਮ ਹੈ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦੇ ਪਿਤਾ ਦਾ ਨਾਮ ਹੈ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪਿਤਾ ਦਾ ਨਾਮ ਹੈ ਗੁਰੂ ਅਮਰਦਾਸ ਸਾਹਿਬ। ਤੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੂੰ ਮੰਨਿਆ ਜਦੋਂ 1574 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਮਰਿਆਦਾ ਸੀ, ਆਪਣੇ ਸਿੱਖ ਪਰਿਵਾਰ ਨੂੰ ਬੁਲਾਇਆ, ਨਾਦੀ ਕੁੱਲ ਵੀ ਬੁਲਾਈ ਹੈ, ਬਿੰਦੀ ਕੁੱਲ ਵੀ ਬੁਲਾਈ ਹੈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਜਦੋਂ ਹੁਕਮ ਕੀਤਾ ਸੀ, ਸੰਗਤ ਜੀ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਬਚਨ ਕੀਤੇ ਸਨ। ਤੇ ਜਦੋਂ ਹੁਕਮ ਕੀਤਾ ਸੀ ਭਾਈ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਦੀਦਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਰੂਪ ਦੇ ਵਿੱਚ ਕਰੋਗੇ। ਤੇ ਉੱਥੇ ਬਾਣੀ 'ਚ ਬਚਨ ਆਉਂਦਾ ਹੈ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀ। ਤੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰ ਬਾਬਾ ਮੋਹਰੀ ਜੀ ਨੇ ਸ਼ੀਸ਼ ਝੁਕਾਇਆ ਸੀ, ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ, ਬਾਬਾ ਮੋਹਰੀ ਜੀ ਦਾ। ਪਰ ਗੁਰਗੱਦੀ ਦੀ ਦਾਤ ਗੁਰੂ ਰਾਮਦਾਸ ਸਾਹਿਬ ਭਾਈ ਜੇਠਾ ਜੀ ਰੂਪ ਅੰਦਰ ਸੇਵਾ ਕਰਦੇ ਸਨ, ਉਹਨਾਂ ਨੂੰ ਗੁਰਗੱਦੀ ਦੀ ਦਾਤ ਪ੍ਰਾਪਤ ਹੋਈ ਹੈ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ ਬੀਬੀ ਭਾਨੀ ਨਾਲ 1553 ਨੂੰ, ਤੇ 1557 ਨੂੰ ਘਰ 'ਚ ਪੁੱਤਰ ਪੈਦਾ ਹੁੰਦਾ ਹੈ ਬਾਬਾ ਪਿਰਥੀ ਚੰਦ। 1560 ਨੂੰ ਘਰ 'ਚ ਫਿਰ ਪੁੱਤਰ ਪੈਦਾ ਹੋਇਆ ਮਹਾਦੇਵ। 1563 ਨੂੰ ਸਾਹਿਬਜ਼ਾਦੇ ਪ੍ਰਗਟ ਹੋਏ ਧੰਨ ਗੁਰੂ ਅਰਜਨ ਦੇਵ ਸਾਹਿਬ। ਗੁਰੂ ਰਾਮਦਾਸ ਸਾਹਿਬ ਜੀ ਦੇ 3 ਸਾਹਿਬਜ਼ਾਦੇ ਨੇ, ਬਾਬਾ ਪਿਰਥੀ ਚੰਦ ਜਿਹੜੇ ਲੜਦੇ ਰਹੇ, ਉਹ ਗੁਰੂ ਰਾਮਦਾਸ ਸਾਹਿਬ ਨੂੰ ਕਹਿਣਾ ਪਿਆ, ਬਾਣੀ ਸ਼ਬਦ ਆਉਂਦਾ ਜਦੋਂ ਬਹੁਤ ਸਾਰਾ ਕਲੇਸ਼ ਝਗੜਾ ਕਰਦੇ ਨੇ ਬਾਬਾ ਪਿਰਥੀ ਚੰਦ, ਤੇ ਸਾਨੂੰ ਸਭਨਾਂ ਨੂੰ ਸਬਕ ਦਿੱਤਾ ਹੈ ਬਾਣੀ ਦੇ ਅੰਦਰ। ਵੇਖੋ ਆਪਾਂ ਪਾਪ ਕਹਿੰਦੇ ਆ, ਕੋਈ ਚੋਰੀ ਕਰਨੀ, ਕੋਈ ਝੂਠ ਬੋਲਣਾ, ਕੋਈ ਹੱਤਿਆ ਕਰਨੀ, ਇਹ ਸਭ ਪਾਪ ਦੀਆਂ ਸ਼ਰੰਖਲਾਵਾਂ ਨੇ। ਪਰ ਗੁਰੂ ਰਾਮਦਾਸ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਿਣੇ ਵਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਬਾਬਾ ਪਿਰਥੀ ਚੰਦ ਜੀ ਨੂੰ ਸੰਬੋਧਨ ਕਰਕੇ ਗੱਲ ਆਖੀ ਸੀ, ਪਿਰਥੀ ਚੰਦ ਇਹ ਕਦੇ ਨਾ ਭੁੱਲੀ, ਤੇ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਗੁਰੂ ਰਾਮਦਾਸ ਸਾਹਿਬ ਨੇ ਕਿਹਾ, ਬੜਾ ਵੱਡਾ ਗੁਨਾਹ ਹੈ ਜਿਹੜਾ ਕੋਈ ਬੱਚਾ ਮਾਂ ਪਿਓ ਨਾਲ ਝਗੜਦਾ ਹੈ, ਜਿਹਨੇ ਪਾਲਿਆ ਹੋਏ, ਜਿਨਕੇ ਜਿਣੇ, ਜਿਣੇ ਦਾ ਅਰਥ ਹੈ ਜਨਮੇ ਹੋਏ, ਜਿਨ੍ਹਾਂ ਨੇ ਪਾਲਿਆ ਸੰਭਾਲਿਆ। ਤੇ ਬੰਦਾ ਕਹੇ ਕਿ ਹੁਣ ਲੋੜ ਨਹੀਂ ਇਹਨਾਂ ਦੀ, ਚਲੋ ਬਿਰਧ ਆਸ਼ਰਮ ਛੱਡ ਆਉਣੇ, ਗੁਨਾਹਗਾਰ ਹੋਏਗਾ। ਤੋ ਗੁਰੂ ਰਾਮਦਾਸ ਸਾਹਿਬ ਨੇ ਪਿਰਥੀ ਚੰਦ ਨੂੰ ਜਦੋਂ ਉਹਨਾਂ ਨੇ ਵਿਰੋਧ ਕੀਤਾ, ਝਗੜਾ ਕੀਤਾ, ਤੇ ਗੱਲ ਆਖੀ ਸੀ, ਬੜਾ ਵੱਡਾ ਪਾਪ ਹੈ ਮਾਂ ਪਿਓ ਨਾਲ ਝਗੜਨਾ। ਇਹ ਸਾਨੂੰ ਸੇਧ ਦਿੰਦੇ ਨੇ ਗੁਰੂ ਦੇ ਸ਼ਬਦ, ਅੱਜ ਵੀ ਸਦਾ ਦਿੰਦੇ ਰਹਿਣਗੇ। ਤੋ ਪਿਰਥੀ ਚੰਦ ਜੀ ਝਗੜਾ ਕਰਦੇ ਰਹੇ। ਬਾਬਾ ਮਹਾਦੇਵ ਉਹ ਵੀ ਵਿਰਕਤ ਸੁਭਾਅ ਦੇ ਸਨ, ਗੁਰੂ ਦਾ ਬਚਨ ਨਹੀਂ ਮੰਨਿਆ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਹਿਬਜ਼ਾਦੇ ਨਹੀਂ ਰਹੇ, ਭਾਵੇਂ ਸਾਹਿਬਜ਼ਾਦੇ ਸਨ,
ਪਰ ਸਿੱਖ ਇਤਿਹਾਸ ਜਦੋਂ ਗੁਰੂ ਇਤਿਹਾਸ ਪੜਾਂਗੇ ਉਹ ਸਾਹਿਬਜ਼ਾਦੇ ਨਹੀਂ ਰੂਪ 'ਚ ਪੜਾਂਗੇ, ਉਹਨਾਂ ਨੂੰ ਗੁਰੂ ਰੂਪ ਦੇ ਅੰਦਰ ਆਪਾਂ ਧਿਆਉਂਦੇ ਹਾਂ, ਕਿਉਂਕਿ ਸਾਹਿਬਜ਼ਾਦੇ ਨਹੀਂ ਰਹੇ, ਗੁਰੂ ਦੇ ਤਖਤ ਤੇ ਬਿਰਾਜਮਾਨ ਹੋ ਗਏ। ਗੁਰੂ ਦੀ ਦਾਤ ਮਿਲ ਗਈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਨਾਨਕ ਦੇ ਵਿਹੜੇ 'ਚੋਂ ਇਹ ਦਾਤਾਂ ਪ੍ਰਾਪਤ ਕਰ ਲਈਆਂ। ਤੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਹਿਲੇ ਬੇਨਤੀ ਕਰਾਂ ਸਾਹਿਬਜ਼ਾਦੇ ਹੋਏ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਪਿਤਾ ਕਰਕੇ ਨਹੀਂ ਜਾਣਿਆ, ਗੁਰੂ ਕਰਕੇ ਪੂਜਣਾ ਕੀਤਾ। ਪਿਤਾ ਨਹੀਂ, ਗੁਰੂ ਰੂਪ ਅੰਦਰ, ਗੁਰੂ ਰੂਪ ਅੰਦਰ ਤੇ ਆਏ। ਜਿਹੜੇ ਕਹਿੰਦੇ ਸੀ ਕੋਈ ਗੱਲ ਨਹੀਂ ਸਾਡਾ ਪਿਤਾ ਹੈ ਪਿਰਥੀ ਚੰਦ ਮਹਾਦੇਵ, ਸਖਣੇ ਰਹਿ ਗਏ। ਜਿਨ੍ਹਾਂ ਨੇ ਗੁਰੂ ਰੂਪ ਦੇ ਵਿੱਚ ਧਿਆਇਆ ਗੁਰੂ ਰਾਮਦਾਸ ਸਾਹਿਬ ਨੂੰ, ਗੁਰਤਾ ਗੱਦੀ ਗੁਰੂ ਪਦਵੀ ਤੇ ਪਹੁੰਚ ਗਏ। ਕੱਲੀ ਬਿੰਦੀ ਕੁੱਲ ਨਹੀਂ ਜਾਣੀ, ਗੁਰੂ ਨਾਲ ਨਾਦ ਦਾ ਰਿਸ਼ਤਾ ਬਣਾ ਲਿਆ, ਗੁਰੂ ਕਾ ਹਰੇਕ ਹੁਕਮ ਮੰਨਿਆ। ਤੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ 1595 ਨੂੰ ਸਾਹਿਬਜ਼ਾਦਾ ਪ੍ਰਗਟ ਹੋਇਆ। ਨਾਮ ਰੱਖਿਆ ਸੀ, ਆਪਾਂ ਸਤਿਕਾਰ ਨਾਲ ਆਖਾਂਗੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਛੇਹਰਟਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬਜ਼ਾਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਪਰ ਸਾਹਿਬਜ਼ਾਦੇ ਨਹੀਂ ਰਹੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ 1606 ਮਈ ਦਾ ਮਹੀਨਾ ਹੈ, ਲਾਹੌਰ ਸ਼ਹਾਦਤ ਦੇਣ ਜਾਂਦੇ ਨੇ ਤੇ ਬਾਬਾ ਬੁੱਢਾ ਜੀ ਨੂੰ ਹੁਕਮ ਕਰਦੇ ਨੇ, ਸਾਰੀ ਸੰਗਤ ਨੂੰ ਇਹ ਆਖਦੇ ਨੇ, ਅਸੀਂ ਹੁਣ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਅੰਦਰ ਸੰਗਤ ਵਿੱਚ ਪ੍ਰਗਟ ਹੋਣਾ ਹੈ। ਇਹਨਾਂ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨੀਆਂ ਨੇ। ਗੁਰੂ ਅਰਜਨ ਦੇਵ ਸਾਹਿਬ ਨੇ, ਸੱਚੇ ਪਾਤਸ਼ਾਹ ਨੇ ਦਾਤ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਬੜਾ ਲੰਬੇਰਾ ਹੈ, ਕਿਉਂਕਿ ਬੜਾ ਲੰਬੇਰਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ। 1606 ਤੋਂ ਲੈ ਕੇ ਆਪਾਂ ਇਤਿਹਾਸ ਨੂੰ ਵੇਖਦੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ 1644 ਤੱਕ 44 ਤੱਕ ਇਹ ਸਮਾਂ ਹੈ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ 5 ਸਾਹਿਬਜ਼ਾਦੇ ਨੇ, ਆਪਾਂ ਜ਼ਿਕਰ ਕਰ ਰਹੇ ਹਾਂ ਸਾਹਿਬਜ਼ਾਦਿਆਂ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਪ੍ਰਗਟ ਹੋਏ। ਨਾਮ ਹੈ ਬਾਬਾ ਗੁਰਦਿੱਤਾ ਜੀ। ਇਸ ਗੁਰੂ ਕੇ ਸਾਹਿਬਜ਼ਾਦੇ ਨੇ ਬਹੁਤ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਕਰਨ ਦੀ, ਬਹੁਤ ਲੰਬੇਰਾ ਸਮਾਂ। ਤੁਸੀਂ ਕੀਰਤਪੁਰ ਸਾਹਿਬ ਦੇ ਦਰਸ਼ਨ ਕਰਦੇ ਹੋ, ਇਸ ਨਗਰ ਦੇ ਨਿਰਮਾਣ ਦੀ ਸੇਵਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਬਖਸ਼ੀ ਸੀ। ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਨੇ, ਤੇ 5 ਸਾਹਿਬਜ਼ਾਦਿਆਂ ਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਸੂਰਜਮਲ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਤੇ ਸਭ ਤੋਂ ਛੋਟੇ ਨੇ ਤਿਆਗਮਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਨਾਨਕੀ, ਜਿਨ੍ਹਾਂ ਦੇ ਗ੍ਰਹਿ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ। ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5ਵੇਂ ਸੁਪੁੱਤਰ ਨੇ। ਇੱਕ ਧੀ ਹੈ ਬੀਬੀ ਵੀਰੋ। ਜੇ ਆਪਾਂ ਧੀਆਂ ਦਾ ਵੀ ਜ਼ਿਕਰ ਕਰੀਏ, ਗੁਰੂ ਅਮਰਦਾਸ ਸਾਹਿਬ ਜੀ ਦੀਆਂ ਵੀ 2 ਧੀਆਂ ਨੇ, ਬੀਬੀ ਦਾਨੀ, ਬੀਬੀ ਭਾਨੀ। ਗੁਰੂ ਅੰਗਦ ਦੇਵ ਸਾਹਿਬ ਜੀ ਦੀਆਂ ਵੀ 2 ਧੀਆਂ ਨੇ, ਬੀਬੀ ਅਮਰੋ ਤੇ ਬੀਬੀ ਅਨੋਖੀ ਜੀ। ਫਿਰ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਇੱਕ ਧੀ ਹੈ ਬੀਬੀ ਵੀਰੋ, ਜਿਹਨੂੰ ਇਤਿਹਾਸ ਨੇ ਲਿਖਿਆ। ਤੋ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਗੁਰੂ ਕੇ ਸਾਹਿਬਜ਼ਾਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਗੁਰੂ ਤੇਗ ਬਹਾਦਰ ਜੀ, ਤੋ ਧੰਨ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੋ ਨੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੇ, ਜਾਂ ਕਹੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਨੇ, ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ। ਤੇ ਧੰਨ ਗੁਰੂ
ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਸਭ ਤੋਂ ਛੋਟੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਵੀ ਗੁਰਗੱਦੀ ਤੇ ਬਿਰਾਜਮਾਨ ਹੋਏ, ਤੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਵੀ ਗੁਰਗੱਦੀ ਤੇ ਸੁਭਾਏਮਾਨ ਹੋਇਆ। ਦੋ ਪੁੱਤਰ ਸਨ, ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਧੀਰਮਲ। ਤੋ ਗੁਰੂ ਹਰ ਰਾਏ ਸਾਹਿਬ ਜੀ ਦੇ ਦੋ ਸੁਪੁੱਤਰ ਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੇ ਵੱਡੇ ਸਨ ਬਾਬਾ ਰਾਮ ਰਾਏ। ਇਹ ਦੋ ਸੁਪੁੱਤਰ ਸਨ। ਤੇ ਭਾਵੇਂ ਬਾਬਾ ਰਾਮ ਰਾਏ ਜੀ ਦੇ ਜੀਵਨ ਵਿੱਚ ਵੀ ਕੋਈ ਕਮੀ ਨਹੀਂ। ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਦਿੱਲੀ ਭੇਜਿਆ ਸੀ, ਤੇ ਗੁਰਮੁਖ ਪਿਆਰੇ ਉਦੋਂ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਨੂੰ ਭੇਜਿਆ ਸੀ। ਬੜੀ ਕਲਾ ਸੀ, ਜੀਵਨ ਵੀ ਸੀ, ਪਰ ਸੱਚ ਜਾਣਿਓ ਗੁਰਮੁਖੋ ਮਨ ਬਦਲਦਿਆਂ ਦੇਰ ਨਹੀਂ ਲੱਗਿਆ ਕਰਦੀ। ਤਾਂ ਕਰਕੇ ਸਦਾ ਇਹ ਮਨ ਨੂੰ ਗੁਰੂ ਦੇ ਪ੍ਰਭਾਵ ਸ਼ਬਦ ਦੇ ਅਧੀਨ ਰੱਖਿਆ ਜਾਏ, ਜੀਵਨ ਦਾ ਪਾਰ ਉਤਾਰਾ ਹੋਏ। ਤੇ ਬਾਬਾ ਰਾਮ ਰਾਏ ਦਿੱਲੀ ਜਾ ਕੇ, ਕਿਉਂਕਿ ਐਸਾ ਅਕਸਰ ਹੋ ਜਾਂਦਾ ਹੈ, ਰਾਜ ਸੱਤਾ ਜਿਹਦੇ ਤੋਂ ਸਭ ਪ੍ਰਭਾਵਿਤ ਹੋ ਜਾਂਦੇ ਨੇ, ਹੁੰਦਾ ਇਸੇ ਤਰ੍ਹਾਂ। ਵੱਡੇ ਵੱਡੇ ਰਾਜੇ ਧਰਮੀ ਲੋਕਾਂ ਨੂੰ ਆਪਣੇ ਕਾਬੂ ਕਰ ਲਿਆ ਕਰਦੇ ਨੇ। ਧਰਮੀ ਲੋਕ ਰਾਜਿਆਂ ਦੇ ਅਧੀਨ ਹੋ ਜਾਇਆ ਕਰਦੇ ਨੇ। ਗੁਰੂ ਹਰ ਰਾਏ ਸਾਹਿਬ ਨੇ ਵੀ ਕਿਹਾ ਸੀ, ਯਾਦ ਰੱਖੀ ਰਾਮ ਰਾਏ, ਤੇਰੀ ਰਸਨਾ ਤੇ ਗੁਰੂ ਦਾ ਵਾਸਾ ਹੋਏਗਾ, ਪਰ ਯਾਦ ਰੱਖੀ ਰਾਜੇ ਦੇ ਦਰਬਾਰ 'ਚ ਜਾ ਕੇ ਗੁਰੂ ਦੀ ਵਡਿਆਈ ਨਾ ਭੁੱਲ ਜਾਏ। ਭੁੱਲ ਗਏ ਸਨ ਬਾਬਾ ਰਾਮ ਰਾਏ। ਜਦੋਂ ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕਹਿ ਦਿੱਤਾ ਸੀ, ਇੱਕ ਅੱਖਰ ਬਦਲ ਦਿੱਤਾ, ਤੋ ਪ੍ਰਵਾਨਗੀ ਮਿਲ ਗਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ। ਹਰਕ੍ਰਿਸ਼ਨ ਸਾਹਿਬ ਸਤਿਗੁਰੂ ਸਾਹਿਬਜ਼ਾਦੇ ਨੇ, ਸਪੁੱਤਰ ਨੇ ਗੁਰੂ ਹਰ ਰਾਏ ਸਾਹਿਬ ਜੀ ਦੇ, ਪਰ ਸਪੁੱਤਰ ਨਹੀਂ ਰਹੇ, ਗੁਰਗੱਦੀ ਤੇ ਬਿਰਾਜਮਾਨ ਹੋ ਗਏ 1661 ਨੂੰ। 56 ਨੂੰ ਪ੍ਰਕਾਸ਼ ਹੁੰਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, 1656। 1661 ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਤੇ ਛੋਟੀ ਉਮਰੇ 'ਚ ਹੀ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਕੋਲੋਂ ਦਾਤ ਮਿਲੀ ਸੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਛੋਟੀ ਉਮਰੇ ਅਕਾਲ ਚਲਾਣਾ ਕਰ ਗਏ ਨੇ। ਤੋ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ 1664 ਨੂੰ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ 1666 ਨੂੰ ਸਾਹਿਬਜ਼ਾਦਾ ਪ੍ਰਗਟ ਹੋਇਆ ਹੈ, ਜਿਹਦਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਸੀ ਅਸਾਮ ਤੋਂ। ਭਾਈ ਪਟਨੇ ਕੀ ਸੰਗਤ ਗੁਰੂ ਰੱਖੇਗਾ, ਬਾਲਕ ਕਾ ਨਾਮ ਗੋਬਿੰਦ ਰਾਏ ਰੱਖਣਾ, ਇਨਕੀ ਸੇਵਾ ਮੇਰੀ ਸੇਵਾ ਜਾਣਨੀ। ਗੁਰੂ ਰੱਖੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਨਾਮ ਰੱਖਿਆ ਸੀ ਗੋਬਿੰਦ ਰਾਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ 1675 ਨੂੰ, ਮਾਫ ਕਰਨਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 4 ਸਾਹਿਬਜ਼ਾਦੇ ਨੇ। ਜੇ ਆਪਾਂ ਕੁੱਲ ਵੇਖੀਏ ਨਾ ਸਤਿਗੁਰਾਂ ਦੇ ਇਤਿਹਾਸ ਵਿੱਚੋਂ 22 ਸਾਹਿਬਜ਼ਾਦੇ ਹੋਏ ਨੇ, ਪਰ ਅਰਦਾਸ ਵਿੱਚ 4 ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ 5 ਪਿਆਰਿਆਂ ਤੋਂ ਬਾਅਦ। ਤੇ ਗੁਰਮੁਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ 1686 ਨੂੰ ਭੰਗਾਣੀ ਦੇ ਸਥਾਨ ਤੇ ਸਤਿਗੁਰੂ ਗਏ ਸਨ, ਨਾਹਣ ਦੇ ਰਾਜੇ ਨੇ ਬੇਨਤੀ ਕੀਤੀ ਸੀ, ਮੇਦਨੀ ਪ੍ਰਕਾਸ਼ ਨੇ, ਸਤਿਗੁਰੂ ਉੱਥੇ ਗਏ, ਪੌਂਟਾ ਸਾਹਿਬ ਨਗਰ ਵਸੇ, ਜਿੱਥੇ ਪਹਿਲਾ ਜੰਗ ਹੁੰਦਾ ਹੈ ਭੰਗਾਣੀ ਦਾ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਦੇ ਬੋਲ ਸਤਿਗੁਰੂ ਮੇਰੇ ਸਾਹਿਬ ਨੇ ਆਖੇ। ਤੇ ਗੁਰਮੁਖੋ, ਪੌਂਟਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਵੱਡੇ ਸਾਹਿਬਜ਼ਾਦੇ ਦਾ ਜਨਮ ਹੁੰਦਾ ਹੈ। ਜਦੋਂ ਭੰਗਾਣੀ ਦਾ ਜੰਗ ਸਤਿਗੁਰੂ ਨੇ ਜਿੱਤਿਆ ਸੀ ਤੇ ਖਬਰ ਮਿਲੀ ਸੀ, ਸਤਿਗੁਰੂ ਤੁਹਾਡੇ ਘਰ ਸਾਹਿਬਜ਼ਾਦਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਨਾਮ ਰੱਖਿਆ ਜਾਏ ਅਜੀਤ ਸਿੰਘ, ਮਾਤਾ ਸੁੰਦਰ ਜੀ ਦੀ ਕੁੱਖ ਤੋਂ। ਤੋ ਗੁਰੂ ਹਰਗੋਬਿੰਦ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ 3 ਸਾਹਿਬਜ਼ਾਦੇ ਨੇ ਜਿਹੜੇ ਗੁਰਮੁਖ ਪਿਆਰਿਓ
ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਨਮ ਲੈਂਦੇ ਨੇ। 1686 ਨੂੰ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਹੈ। 1688 ਨੂੰ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੁੰਦਾ ਹੈ ਮਾਤਾ ਜੀਤੋ ਜੀ ਦੀ ਕੁੱਖ ਤੋਂ। ਤੇ ਗੁਰਮੁਖੋ 1696 ਨੂੰ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਹੁੰਦਾ ਹੈ ਮਾਤਾ ਜੀਤੋ ਜੀ ਦੀ ਕੁੱਖ ਤੋਂ। ਤੇ 1698 ਨੂੰ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੁੰਦਾ ਹੈ। ਇਹ ਚਾਰ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਤੇ ਵੀ ਖਿਆਲ ਕਰਿਓ, ਅਰਦਾਸ ਵਿੱਚ ਧਿਆਨ ਧਰਦੇ ਆਪਾਂ ਗਵਾਹੀ ਭਰਦੇ ਹਾਂ। 10 ਗੁਰੂਆਂ ਦੀ ਗਵਾਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਿਆ ਜਾਂਦਾ। 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤਿਆਂ, ਹੱਠੀਆਂ ਜੱਪੀਆਂ ਦਾ ਧਿਆਨ ਧਰਿਆ ਜਾਂਦਾ। ਸਿੰਘਾਂ ਸਿੰਘਣੀਆਂ ਦਾ ਧਿਆਨ ਧਰਿਆ ਜਾਂਦਾ। ਅਕਾਲ ਪੁਰਖ ਦੇ ਸਨਮੁਖ ਅਰਦਾਸ ਕੀਤੀ ਜਾਂਦੀ ਹੈ। ਤੋ 4 ਸਾਹਿਬਜ਼ਾਦੇ ਗਵਾਹੀ ਭਰਦੇ ਨੇ ਗੁਰਮੁਖ ਪਿਆਰਿਓ, ਸਾਡਾ ਵੀ ਰਾਬਤਾ, ਸਾਡੀ ਵੀ ਸਾਂਝ ਸੱਚੇ ਅਕਾਲ ਪੁਰਖ ਦੇ ਨਾਲ ਬਣ ਆਏ। ਤੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਬਾਬਾ ਜੋਰਾਵਰ ਸਿੰਘ, ਵੇਖੋ ਇਤਿਹਾਸ ਦੱਸਦਾ ਹੈ, ਗੱਲ ਇਹ ਨਹੀਂ ਹੁੰਦੀ ਵੀ ਉਮਰਾਂ ਦੀ ਲੰਬਾਈ ਕਿੰਨੀ ਹੈ। ਤੇ ਇਹ ਵੀ ਨਾ ਕਦੇ ਭੁੱਲਿਓ ਗੁਰੂ ਨਾਨਕ ਦੇ ਦਰ ਘਰ ਗੱਲ ਸ਼ਕਲਾਂ ਦੀ ਬਜ਼ੁਰਗੀ ਦੀ ਨਹੀਂ ਹੈ, ਗੱਲ ਅਕਲ ਦੀ ਬਜ਼ੁਰਗੀ ਦੀ ਹੈ। ਇੱਥੇ ਬਾਣੀ 'ਚ ਤੇ ਜਿਨ੍ਹਾਂ ਨੂੰ ਆਪਾਂ ਬੱਚੇ ਕਹਿ ਦਿੰਦੇ ਹਾਂ, ਆ ਗੁਰਬਾਣੀ ਜ਼ਿਕਰ ਆਉਂਦਾ, 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਏ। ਸੰਸਾਰ ਵਿੱਚ ਸਾਡੇ ਕੋਲ ਇੱਕ ਪੈਮਾਨਾ ਹੈ ਵੀ ਬੰਦਾ ਬਾਲਗ ਹੋ ਗਿਆ, 18 ਸਾਲ ਦਾ ਹੋ ਗਿਆ। ਇਹ ਸੰਸਾਰ ਦਾ ਪੈਮਾਨਾ ਹੈ ਵੀ ਜਿੰਨਾ ਚਿਰ ਤੱਕ ਉਮਰ 18 ਸਾਲ ਦੀ ਨਹੀਂ ਹੋਈ ਫੈਸਲੇ ਨਹੀਂ ਲੈ ਸਕਦਾ। ਕਾਰ ਚਲਾਉਣੀ ਚਾਹੇ ਨਹੀਂ ਚਲਾ ਸਕੇਗਾ। ਸੰਸਾਰਕ ਤੌਰ ਦਾ ਪੈਮਾਨਾ ਹੈ ਕੋਈ ਉਮਰ, ਧਾਰਮਿਕ ਤੌਰ ਦਾ ਪੈਮਾਨਾ ਨਹੀਂ ਹੈ ਉਮਰ। ਇੱਥੇ ਉਹ ਪੈਮਾਨਾ ਨਹੀਂ ਹੁੰਦਾ। ਇੱਥੇ ਪੈਮਾਨਾ ਹੈ ਗੁਰਮੁਖੋ ਗਿਆਨ ਦਾ, ਜੀਵਨ ਦਾ, ਅਨੁਭਵ ਦਾ, ਵਿਚਾਰ ਦਾ। ਤੋ ਗੁਰੂ ਨਾਨਕ ਦੇ ਦਰ ਘਰ 'ਚ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਕੋਲ ਅਕਲ ਦੀ ਬਜ਼ੁਰਗੀ ਹੋਏ। ਤੁਸੀਂ ਵੇਖੋ 12 ਸਾਲ ਦੀ ਉਮਰ ਹੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਨੇਤਰ ਖੋਲ੍ਹੇ ਸਨ ਤੇ ਸਾਹਮਣੇ ਜੇ ਇਹ ਘਟਨਾ ਲਗਭਗ 1518 ਦੀ ਹੈ। 1518 1506 ਨੂੰ ਬਾਬਾ ਬੁੱਢਾ ਜੀ ਦਾ ਜਨਮ ਹੁੰਦਾ ਹੈ, ਜਿਹਦਾ ਨਾਮ ਸੀ ਭਾਈ ਬੂੜਾ ਰੱਖਿਆ ਸੀ। 1518 ਨੂੰ ਗੁਰੂ ਨਾਨਕ ਸਤਿਗੁਰ ਦੇ ਸਾਹਮਣੇ ਬੈਠਾ। ਜਦੋਂ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਹੁੰਦੀ ਹੈ, ਉੱਥੇ ਮੌਤ ਦੀ ਗੱਲ ਹੁੰਦੀ। ਸਤਿਗੁਰ ਪਤਾ ਨਹੀਂ ਕਦੋਂ ਕਾਲ ਆ ਜਾਣਾ। ਸਤਿਗੁਰ ਮਾਂ ਕਿੰਨਾ ਕੁ ਝਿੜਕੇਗੀ, ਪਿਓ ਕਿੰਨਾ ਕੁ ਝਿੜਕੇਗਾ, ਪਰ ਸਤਿਗੁਰ ਜੰਮ ਦੀ ਮਾਰ ਬੜੀ ਔਖੀ, ਮੌਤ ਦਾ ਡਰ ਬੜਾ ਸਤਾਉਂਦਾ ਹੈ। ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਸੀ, ਤੁਸੀਂ ਸ਼ਕਲ ਤੋਂ ਬੱਚੇ ਹੋ ਪਰ ਅਕਲ ਤੋਂ ਤੁਸੀਂ ਬਾਬੇ ਹੋ। ਬਾਬਾ ਬੁੱਢਾ ਜੀ, ਬਾਬਾ ਸ਼ਬਦ ਆਪਾਂ ਵਰਤਦੇ ਹਾਂ ਬਜ਼ੁਰਗ ਵਾਸਤੇ ਪੰਜਾਬੀ ਦੇ ਅੰਦਰ, ਪਰ ਗੁਰੂ ਨਾਨਕ ਦੇ ਦਰ ਘਰ 'ਚ ਬਾਬਾ ਸ਼ਬਦ ਮਿਲਦਾ ਹੈ ਅਕਲ ਦੀ ਬਜ਼ੁਰਗੀ ਵਾਲੇ ਨੂੰ। ਤੋਂ 12 ਸਾਲ ਦੇ ਵਿੱਚ ਉਹ ਬਜ਼ੁਰਗੀ ਆ ਗਈ ਜਿੱਥੇ ਸ਼ਕਲਾਂ ਦੇ ਬੁੱਢਿਆਂ ਨੂੰ ਅਖੀਰ ਦਮ ਤੱਕ ਨਹੀਂ ਬੋਧ ਹੁੰਦਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸਾਰੀ ਉਮਰ ਨਹੀਂ ਬੰਦੇ ਨੂੰ ਪਤਾ ਲੱਗਦਾ, ਭੱਜਦਾ ਰਹਿੰਦਾ ਹੈ, ਬਚਦਾ ਰਹਿੰਦਾ ਹੈ। ਤੋ ਗੁਰਮੁਖ ਪਿਆਰਿਓ, ਗੱਲ ਹੈ ਅਕਲ ਦੀ ਬਜ਼ੁਰਗੀ ਦੀ। ਕਈ 100 ਸਾਲ ਜੀ ਕੇ ਵੀ ਕੁਝ ਨਹੀਂ ਕਰ ਸਕਦੇ, ਤੋ ਕਈਆਂ ਨੇ 8 ਸਾਲਾਂ ਦੇ, 12 ਸਾਲਾਂ ਦੇ, 16 18 ਸਾਲਿਆਂ ਦੇ ਐਸਾ ਜੀਵਨ ਜੀਣਾ ਕੀਤਾ ਹੈ ਗੁਰਮੁਖੋ, ਸਦੀਆਂ ਤੱਕ ਮਾਨਵਤਾ ਨੂੰ ਰਹਿਬਰੀ ਦਿੰਦੇ ਰਹਿਣਗੇ। ਸਦੀਆਂ ਤੱਕ ਸਾਨੂੰ ਉਹਨਾਂ ਬਾਬਿਆਂ ਨੇ ਜਿਉਣਾ ਸਿਖਾਉਂਦੇ ਰਹਿਣਾ ਜੋ ਉਹਨਾਂ ਨੇ ਜੀਵਨ ਜੀਣਾ ਕੀਤਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਤੇ 2 ਸ਼ਬਦ ਨੇ ਮੈਂ ਵੀ ਬੇਨਤੀ ਕਰਦਾ ਵਾਂ, ਇੱਕ ਬੁੱਢਾ ਤੇ ਇੱਕ ਬਜ਼ੁਰਗ ਹੋਣਾ। ਬੁਢੇਪਾ ਮੈਨੂੰ ਕਹਿਣ ਦੇਣਾ ਸਰੀਰ ਨਾਲ ਸੰਬੰਧਿਤ ਹੁੰਦਾ ਹੈ, ਬਜ਼ੁਰਗੀ ਅਕਲ ਨਾਲ ਸੰਬੰਧਿਤ ਹੁੰਦੀ ਹੈ। ਬਹੁਤ ਵਾਰ ਬੰਦਿਆਂ ਕੋਲ ਸਰੀਰ ਦਾ ਬੁਢੇਪਾ ਤੇ ਆ ਜਾਂਦਾ ਹੈ, ਪਰ ਅਕਲ ਦੀ ਬਜ਼ੁਰਗੀ ਕਿਸੇ ਭਾਗਾਂ ਵਾਲੇ ਕੋਲੋਂ, ਕਿਸੇ ਵਿਰਲੇ ਕੋਲ।
ਸ਼ਰੀਰਾਂ ਦੀ ਲੰਬਾਈ ਹੁੰਦੀ ਹੈ ਬੰਦਿਆਂ ਕੋਲ, ਜੀਵਨ ਦੀ ਗਹਿਰਾਈ ਨਹੀਂ ਹੁੰਦੀ, ਵਿਚਾਰ ਨਹੀਂ ਗਹਿਰੀ ਹੁੰਦੀ। ਤੇ ਆਪਾਂ ਤਾਂ ਹੀ ਕਹਿ ਦਿੰਦੇ, ਅਕਸਰ ਕਹਿ ਦਿੰਦੇ, ਇਹ ਅਕਸਰ ਵਰਤਦਾ, ਆਮ ਵਰਤਦਾ ਵੀ ਬੁੱਢੇ ਬੱਚਿਆਂ ਵਰਗੀਆਂ ਗੱਲਾਂ ਕਰਦੇ ਨੇ। ਇਹ ਕਦੇ ਕਦੇ ਵਰਤਦਾ ਕੋਈ ਸਰੀਰ ਦਾ ਬੱਚਾ ਹੋਏ ਤੇ ਬੁੱਢਿਆਂ ਵਾਲੀ ਗੱਲ ਕਰਦਾ, ਇਹ ਕਦੇ ਕਦੇ ਵਾਪਰਦਾ। ਤੇ ਜਿੱਥੇ ਵਾਪਰਿਆ ਉਹ ਪ੍ਰਵਾਨ ਹੋ ਗਿਆ। ਇੱਥੇ ਬਾਬਾ ਪਦਵੀ ਗੁਰੂ ਨਾਨਕ ਨੇ ਬਖਸ਼ੀ ਹੈ ਬਾਬਾ ਬੁੱਢਾ ਨੂੰ, ਬਾਬਿਆਂ ਦੀ ਪਦਵੀ ਮਿਲੀ ਹੈ।